ਸ਼ਾਂਤਾ ਦੀ ਸਭ ਤੋਂ ਵੱਡੀ ਸੱਦਰ ਇਹ ਸੀ ਕਿ ਉਹ ਗਾਉਣਾ ਸਿੱਖੇ ਤੇ ਸੰਗੀਤ ਦੀ ਦੁਨੀਆ ਵਿੱਚ ਆਪਣਾ ਨਾਮ ਪੈਦਾ ਕਰੇ। ਪਰ ਉਸਦੀ ਮਾਂ ਨੂੰ ਇਹ ਗੱਲ ਉੱਕਾ ਪਸੰਦ ਨਹੀਂ ਸੀ। ਉਸਦੀ ਮਾਂ ਨੇ ਸਿਰਫ ਹਿੰਦੀ ਰਤਨ ਦਾ ਇਮਤਿਹਾਨ ਪਾਸ ਕੀਤਾ ਸੀ। ਉਹ ਚਾਹੁੰਦੀ ਸੀ ਕਿ ਉਸਦੀ ਧੀ ਘੱਟੋ ਘੱਟ BA ਤਾਂ ਕਰੇ। ਪਰ ਸ਼ਾਂਤਾ ਦਾ ਕਿਤਾਬਾਂ ਵਿੱਚ ਬਹੁਤਾ ਧਿਆਨ ਨਹੀਂ ਸੀ ਜੁੜਦਾ। ਉਹ ਗਾਉਣ ਦੀ ਸ਼ੌਕੀਨ ਸੀ। ਕਿਤੋਂ ਭੁੱਲੀ ਭਟਕੀ ਕੋਈ ਤਰਜ਼ ਸੁਣ ਲੈਂਦੀ ਤਾਂ ਉਹਦੇ ਮਨ 'ਤੇ ਨਕਸ਼ ਹੋ ਜਾਂਦੀ ਤੇ ਉਹ ਉਸ ਧੁਨ ਨੂੰ ਗਾਉਂਦੀ ਰਹਿੰਦੀ। ਉਸਦੀ ਮਾਂ ਕਈ ਵਾਰ ਖਿਝ ਕੇ ਆਖਦੀ ਕਿ ਕੁੜੀਏ, ਇਹ ਮਰਾਸੀਆਂ ਵਾਲੇ ਕਿੱਸੇ ਛੱਡ, ਪੜ੍ਹਾਈ ਬਾਝ ਆਦਮੀ ਡੰਗਰ ਰਹਿ ਜਾਂਦਾ ਏ। ਅਸੀਂ ਤੈਨੂੰ ਪੜ੍ਹਾਉਂਦੇ ਹਾਂ ਤਾਂ ਜੋ ਵੱਡੀ ਹੋ ਕੇ ਅਕਲ ਆਵੇਗੀ ਤੇ ਆਖੇਂਗੀ ਕਿ ਮਾਪਿਆਂ ਤੇਰੇ ਲਈ ਚੰਗਾ ਹੀ ਕੀਤਾ। ਬਾਬੂ ਰਾਮ ਲਾਲ ਦੀ ਧੀ ਤੇਰੇ ਹਾਣ ਦੀ ਹੈ, ਕਾਲਜ ਜਾਣ ਨੂੰ ਤਰਸਦੀ ਹੈ। ਉਸਦੇ ਮਾਪੇ ਉਸਨੂੰ ਨਹੀਂ ਭੇਜ ਸਕਦੇ, ਪਰ ਤੈਨੂੰ ਪੜ੍ਹਾਈ ਪਸੰਦ ਹੀ ਨਹੀਂ। ਮਾਂ, ਮੈਨੂੰ ਕਿਤਾਬਾਂ ਉੱਕਾ ਚੰਗੀਆਂ ਨਹੀਂ ਲੱਗਦੀਆਂ। ਪੜ੍ਹ ਪੜ੍ਹ ਕੇ ਅੱਖਾਂ ਕਾਣੀਆਂ ਹੋ ਗਈਆਂ ਨੇ। ਇਹ ਹਿਸਾਬ ਦੇ ਸਵਾਲ ਜੀ ਕਰਦਾ ਏ ਕਿ ਕਿਤਾਬਾਂ ਪਾੜ ਸੁੱਟਾਂ। ਹੁਣ ਤਾਂ ਮੈਂ ਅੱਗੇ ਤਾਂ ਹੀ ਪੜ੍ਹਾਂਗੀ ਜੇਕਰ ਗਾਉਣ ਲਈ ਮਾਸਟਰ ਰੱਖ ਦੇਵੇਂ। ਗਾਉਣ ਦਾ ਭੂਤ ਪਤਾ ਨਹੀਂ ਕਿੱਥੋਂ ਪੈ ਗਿਆ। ਚੰਦਰੀਏ, 2 ਅੱਖਰ ਢਿੱਡ ਵਿੱਚ ਪਾਏਂਗੀ ਤਾਂ ਵੱਡੀ ਹੋਈ ਸਾਨੂੰ ਅਸੀਸਾਂ ਦੇਵੇਂਗੀ। ਗਾਣਾ ਸਿੱਖ ਕੇ ਡੂਮਾਂ ਦੇ ਵਾਂਗ ਡਾਰਾਂ ਮਾਰੇਂਗੀ, ਚੰਗੀ ਲੱਗੇਂਗੀ। ਸ਼ਾਂਤਾ ਨੇ ਰੋ ਪਿੱਟ ਕੇ 10ਵੀਂ ਕੀਤੀ। ਉਸ ਪਿੱਛੋਂ FA BA ਵਿੱਚ 1 ਸਾਲ ਫੇਲ ਹੋਈ, ਅਗਲੇ ਸਾਲ ਪਾਸ ਹੋ ਗਈ। ਉਸਦੀ ਮਾਂ ਨੇ ਪਾਸ ਹੋਈ ਦੇ ਲੱਡੂ ਵੰਡੇ ਤੇ ਕੁੜੀ ਦਾ ਵਿਆਹ ਧਰ ਦਿੱਤਾ। ਸ਼ਾਂਤਾ ਵਿਆਹੀ ਗਈ। ਵਿਆਹ ਦੇ ਗੀਤ ਉਸ ਖੁਦ ਕੁੜੀਆਂ ਵਿੱਚ ਬੈਠ ਕੇ ਗਾਏ। ਮਾਂ ਧੀ ਦੇ ਵਿਛੋੜੇ ਦੇ ਗੀਤ, ਜਿਨ੍ਹਾਂ ਨੂੰ ਸੁਣ ਸੁਣ ਕੇ ਉਸਦੀ ਮਾਂ ਦਾ ਕਲੇਜਾ ਸੱਲ ਹੁੰਦਾ ਸੀ। ਵਿਆਹ ਪਿੱਛੋਂ ਸ਼ਾਂਤਾ ਫਿਰੋਜ਼ਪੁਰ ਤੋਂ ਲੁਧਿਆਣੇ ਚਲੀ ਗਈ। ਘਰ ਦੀਆਂ ਜ਼ਿੰਮੇਵਾਰੀਆਂ, ਕਬੀਲਦਾਰੀ, ਨਿੱਤ ਦੇ ਰੁਝੇਵੇਂ ਵਿੱਚ ਉਸਦੀ ਸੱਦਰ ਦੱਬੀ ਰਹਿ ਗਈ। ਉਸਦੇ ਕੁੜੀ ਹੱਦੋਂ ਸੋਹਣੀ ਸੀ, ਗੋਰੀ ਚਿੱਟੀ, ਵੱਡੀਆਂ ਵੱਡੀਆਂ ਅੱਖਾਂ। ਕੀ ਹੋਇਆ ਜੇ ਮੈਂ ਗਾਉਣਾ ਨਹੀਂ ਸਿੱਖੀ? ਮੇਰੀ ਧੀ ਮੇਰੀ ਸੱਦਰ ਪੂਰੀ ਕਰੇਗੀ, ਸ਼ਾਂਤਾ ਸੋਚਦੀ। ਸ਼ੇਖੜ ਧੀਆਂ ਪੁੱਤਰ ਮਾਪਿਆਂ ਦੀਆਂ ਅਪੂਰਨ ਆਸਾਂ ਅਤੇ ਸੁਪਨਿਆਂ ਦਾ ਹੀ ਪ੍ਰਗਟਾਵਾ ਹੁੰਦੇ ਨੇ। ਉਸਨੇ ਕੁੜੀ ਦਾ ਨਾਂ ਕਵਲ ਰੱਖਿਆ। ਘਰ ਵਿੱਚ ਤਵਿਆਂ ਵਾਲੀ ਮਸ਼ੀਨ ਸੀ, ਚੰਗੇ ਚੰਗੇ ਰਿਕਾਰਡ ਸਨ, ਰੇਡੀਓ ਸੀ। ਨਿੱਕੀ ਕਵਲ ਗੀਤ ਸੁਣਦੀ, ਨਾਲ ਨਾਲ ਗਾਉਂਦੀ ਤੇ ਨੱਚਦੀ। ਮਾਂ ਵਾਰੇ ਵਾਰੇ ਜਾਂਦੀ, ਉਸਨੂੰ ਚੁੰਮਦੀ ਤੇ ਪਿਆਰ ਕਰਦੀ ਤੇ ਆਪਣਾ ਨੱਕ ਉਸਦੀਆਂ ਗੱਲਾਂ ਨਾਲ ਰਗੜ ਕੇ ਆਖਦੀ, ਮੇਰੀ ਧੀ ਸੰਗੀਤ ਦੀ ਰਾਣੀ ਬਣੇਗੀ। ਕਵਲ ਸਕੂਲ ਵਿੱਚ ਸਭ ਤੋਂ ਸੋਹਣੀ ਸੀ। ਮਾਂ ਉਸਦੇ ਕੱਜਲ ਪਾਉਣ ਲੱਗਿਆ ਉਸਦੇ ਮੱਥੇ ਉੱਤੇ ਟਿੱਕਾ ਲਾ ਦਿੰਦੀ ਤਾਂ ਜੋ ਕੁੜੀ ਨੂੰ ਨਜ਼ਰ ਨਾ ਲੱਗ ਜਾਵੇ। ਕਵਲ ਸੰਗੀਤ ਦੇ ਵਾਤਾਵਰਨ ਵਿੱਚ ਪ੍ਰਵਾਨ ਚੜ੍ਹੀ। ਪਰ ਸਕੂਲ ਵਿੱਚ ਸਾਲਾਨਾ ਜਲਸੇ ਉੱਤੇ ਸਭ ਕੁੜੀਆਂ ਵਿੱਚੋਂ ਕਵਲ ਨੂੰ ਗਾਉਣ ਲਈ ਨਹੀਂ ਸਗੋਂ ਨੱਚਣ ਵਿੱਚ ਇਨਾਮ ਮਿਲਿਆ। ਇਹ ਨੱਚਣਾ ਉਸ ਪਤਾ ਨਹੀਂ ਕਿੱਥੋਂ ਸਿੱਖ ਲਿਆ ਸੀ। ਪਤਾ ਨਹੀਂ ਨ੍ਰਿਤ ਦਾ ਸ਼ੌਂਕ ਉਸਨੂੰ ਕਿੱਥੋਂ ਆਇਆ। ਕਿਸਨੇ ਉਸਦੇ ਪੈਰਾਂ ਵਿੱਚ ਥਿਰਕਣ ਭਰ ਦਿੱਤੀ ਸੀ। ਉਹ ਕਈ ਵਾਰ ਕੁੰਡੀ ਲਗਾ ਕੇ ਡਰਾਇੰਗ ਰੂਮ ਵਿੱਚ ਰੇਡੀਓ ਲਗਾਉਂਦੀ ਤੇ ਨਾਲ ਨਾਲ ਨੱਚਦੀ। ਉਸਦੇ ਹੱਥਾਂ ਪੈਰਾਂ ਵਿੱਚ ਤਬਲੇ ਦੀ ਥਾਪ ਸੀ। ਜਦੋਂ ਗਾਣਾ ਸੁਣਦੀ ਤਾਂ ਉਸਦੀ ਅੱਡੀ ਵੱਜਣੋਂ ਨਹੀਂ ਸੀ ਰਹਿੰਦੀ। ਇੱਕ ਦਿਨ ਉਸ ਆਪਣੀ ਮਾਂ ਨੂੰ ਆਖਿਆ, ਮਾਂ, ਮੈਨੂੰ ਸੰਗੀਤ ਚੰਗਾ ਲੱਗਦਾ, ਪਰ ਸੰਗੀਤ ਦੀ ਸੁਰ ਨਾਲੋਂ ਇਸ ਦੀ ਤਾਲ ਵਧੇਰੇ ਚੰਗੀ ਲੱਗਦੀ ਹੈ। ਜੀ ਕਰਦਾ ਮੈਂ ਇਹਦੇ ਬੋਲਾਂ ਨੂੰ ਗਾਵਾਂ ਨਾ ਸਗੋਂ ਇਹਨਾਂ ਉੱਤੇ ਨੱਚਾਂ। ਮੈਨੂੰ ਨਾਚ ਸਿਖਾਉਣ ਵਾਲਾ ਮਾਸਟਰ ਕਿਉਂ ਨਹੀਂ ਲਾ ਦਿੰਦੀ? ਤੂੰ ਨਾਚ ਸਿੱਖੇਂਗੀ? ਮਾਂ ਨੇ ਹੈਰਾਨ ਹੋ ਕੇ ਪੁੱਛਿਆ। ਸੰਗੀਤ ਕਿਉਂ ਨਹੀਂ? ਸੰਗੀਤ ਨਾਲੋਂ ਮੈਨੂੰ ਨਾਚ ਵਧੇਰੇ ਚੰਗਾ ਲੱਗਦਾ। ਖਬਰੇ ਇਹ ਭੈੜੇ ਭੈੜੇ ਸ਼ੌਂਕ ਤੈਨੂੰ ਕਿੱਥੋਂ ਪੈ ਗਏ? ਜਦ ਕਵਲ ਨੇ ਨੱਚਣ ਲਈ ਜਿੱਦ ਕੀਤੀ ਤਾਂ ਮਾਂ ਨੂੰ ਬਹੁਤ ਗੁੱਸਾ ਆਇਆ। ਉਹ ਨੱਚਣ ਦੇ ਖਿਲਾਫ ਸੀ, ਇਸ ਲਈ ਕਿ ਉਹ ਸਮਾਜੀ ਤੌਰ 'ਤੇ ਭੈੜਾ ਕੰਮ ਹੈ। ਉਸ ਕਵਲ ਨੂੰ ਝਿੜਕਿਆ, ਝੰਬਿਆ, ਪਰ ਕਵਲ ਉੱਤੇ ਕੋਈ ਅਸਰ ਨਾ ਹੋਇਆ। ਉਸਦੀ ਸਭ ਤੋਂ ਵੱਡੀ ਸੱਦਰ ਸੀ ਕਿ ਉਹ ਇੱਕ ਵੱਡੀ ਨਰਤਕੀ ਬਣੇ। ਉਸਦੀਆਂ ਅੱਖਾਂ ਵਿੱਚ ਨਰਤਕੀ ਦੀ ਚਮਕ ਤੇ ਅੰਗਾਂ ਵਿੱਚ ਮੁਦਰਾਵਾਂ ਸਨ। ਇੱਕ ਦਿਨ ਮਾਂ ਧੀ ਵਿੱਚ ਲੜਾਈ ਹੋਈ। ਮਾਂ ਨੇ ਘੁੰਗਰੂ ਬਾਹਰ ਸੁੱਟ ਦਿੱਤੇ। ਕਮਲ ਬਹੁਤ ਚਿਰ ਬੈਠੀ ਰੋਂਦੀ ਰਹੀ। ਉਸ ਦੀਆਂ ਸੱਦਰਾਂ ਦਾ ਖੂਨ ਹੋ ਗਿਆ,
ਕੰਵਲ ਸਿਆਣੀ ਹੋਈ ਤਾਂ ਉਸਦੀਆਂ ਉਂਗਲਾਂ ਤੇ ਥਿਰਕਦੀਆਂ ਅੱਡੀਆਂ ਦੀਆਂ ਲੂਰੀਆਂ ਘਟ ਗਈਆਂ। ਇੱਕ ਵੱਡੇ ਠੇਕੇਦਾਰ ਦੇ ਮੁੰਡੇ ਨਾਲ ਉਸਦਾ ਵਿਆਹ ਹੋਇਆ। ਕੁੜੀ ਪੜ੍ਹੀ ਲਿਖੀ ਸੀ, BA ਪਾਸ, ਗਾਉਣਾ ਜਾਣਦੀ ਸੀ, ਸਿਤਾਰ ਵੀ ਵਜਾਉਂਦੀ ਸੀ। ਨੱਚਣ ਦਾ ਉਸਨੂੰ ਸ਼ੌਂਕ ਸੀ ਤੇ ਉੱਤੋਂ ਸੋਹਣੀ। ਠੇਕੇਦਾਰ ਦਾ ਮੁੰਡਾ ਵਲਾਇਤ ਪਾਸ ਕਰਕੇ ਆਇਆ ਸੀ। ਉਹ ਕੰਵਲ ਨੂੰ ਪਿਆਰ ਕਰਦਾ ਸੀ। ਕੰਵਲ ਨੇ ਸੋਚਿਆ, ਚਲੋ ਮਾਪਿਆਂ ਦੇ ਘਰ ਜੋ ਸੱਧਰ ਪੂਰੀ ਨਹੀਂ ਹੋਈ, ਵਿਆਹ ਹੋਣ ਪਿੱਛੋਂ ਪੂਰੀ ਕਰਾਂਗੀ। ਵਿਆਹ ਪਿੱਛੋਂ ਦੋਹਾਂ ਨੇ ਹਨੀਮੂਨ ਕਸ਼ਮੀਰ ਮਨਾਇਆ। ਕੰਵਲ ਵਾਪਸ ਆਪਣੇ ਪਤੀ ਨਾਲ ਦਿੱਲੀ ਆ ਗਈ ਤਾਂ ਉਸ ਬਿਨਾਂ ਕੋਈ ਕਲਚਰਲ ਪ੍ਰੋਗਰਾਮ ਪੂਰਾ ਨਹੀਂ ਸੀ ਹੁੰਦਾ। ਉਹ ਪਾਰਟੀਆਂ ਦੀ ਜਾਨ ਸੀ। ਉਨ੍ਹੀਂ ਦਿਨੀਂ ਜਦ ਉਹ ਸੋਚ ਰਹੀ ਸੀ ਕਿ ਦੱਖਣ ਵਿੱਚ ਜਾ ਕੇ ਕਿਸੇ ਗੁਰੂ ਤੋਂ ਭਾਰਤ ਨਾਟਿਅਮ ਦੀ ਸਿੱਖਿਆ ਲਵੇ ਜਾਂ ਦਿੱਲੀ ਵਿੱਚ ਹੀ ਪਹਿਲਾਂ ਕਿਸੇ ਕੋਲੋਂ ਸਿੱਖੇ, ਤਾਂ ਉਸਦਾ ਜੀਅ ਖਰਾਬ ਰਹਿਣ ਲੱਗਾ। ਉਸਨੂੰ ਪਤਾ ਲੱਗਾ ਕਿ ਉਹ 8 ਮਹੀਨੇ ਨਾਚ ਨਹੀਂ ਸਿੱਖੇਗੀ। ਆਪਣੀ ਮਾਂ ਦੀ ਛੱਤ ਹੇਠ ਰਹਿੰਦੀ ਉਹ ਕੈਦ ਸੀ, ਪਰ ਸਰੀਰਕ ਤੌਰ 'ਤੇ ਆਜ਼ਾਦ। ਪਤੀ ਦੀ ਛੱਤ ਹੇਠ ਉਸਨੂੰ ਹਰ ਕਾਸੇ ਦੀ ਆਜ਼ਾਦੀ ਸੀ, ਪਰ ਸਰੀਰਕ ਤੌਰ 'ਤੇ ਨਹੀਂ। ਉਸਨੇ ਤੀਵੀਂ ਦੇ ਇਸ ਪੱਖ ਬਾਰੇ ਕਦੇ ਵੀ ਨਹੀਂ ਸੀ ਸੋਚਿਆ। 8 ਮਹੀਨੇ ਪਿੱਛੋਂ ਉਸਦੇ ਮੁੰਡਾ ਹੋਇਆ। ਬੱਚਾ ਹੋਣ ਪਿੱਛੋਂ ਉਹ 1 ਮਹੀਨਾ ਹਸਪਤਾਲ ਵਿੱਚ ਹੀ ਰਹੀ। ਉਸਨੂੰ ਬਹੁਤ ਤ੍ਰੇਹ ਲੱਗਦੀ। ਉਹ ਵਾਰ-ਵਾਰ ਪਾਣੀ ਪੀਂਦੀ। ਗਰਮੀਆਂ ਦੇ ਦਿਨ ਸਨ। ਬਰਫ਼ ਦਾ ਪਾਣੀ, ਸ਼ਰਬਤ, ਕੱਚੀ ਲੱਸੀ। ਬੱਚੇ ਦੀ ਸਿਹਤ ਤਾਂ ਕੁਝ ਦਿਨ ਪਿੱਛੋਂ ਠੀਕ ਹੋ ਗਈ, ਪਰ ਕੰਵਲ ਦੀ ਕਮਰ ਜੋ ਪਹਿਲਾਂ 21 ਇੰਚ ਸੀ, ਉਹ ਹੁਣ ਰਤਾ ਵਧੇਰੇ ਘੇਰੇ ਦੀ ਹੋ ਗਈ ਸੀ। ਪਹਿਲੀਆਂ ਸਵੇ ਕਮੀਜ਼ਾਂ ਤੰਗ ਹੋ ਗਈਆਂ। ਖਾਣਾ ਘੱਟ ਕੀਤਾ ਤਾਂ ਜੋ ਕਮਰ ਆਪਣੀ ਅਸਲੀ ਥਾਂ 'ਤੇ ਆ ਜਾਵੇ, ਪਰ ਖਾਣਾ ਘਟਾਉਣ ਨਾਲ ਕਮਰ ਨਾ ਘਟੀ। ਉਸਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆਉਂਦਾ। ਉਹ ਸ਼ੀਸ਼ੇ ਵਿੱਚ ਆਪਣਾ ਮੂੰਹ ਤੱਕਦੀ ਰਹਿੰਦੀ। ਅੱਖਾਂ ਦੀ ਚਮਕ ਉਸੇ ਤਰ੍ਹਾਂ ਸੀ, ਪਰ ਅੱਖਾਂ ਹੇਠ ਕਿਤੇ-ਕਿਤੇ ਛਾਈ ਫਿਰ ਗਈ ਸੀ। ਹੱਡਾਂ ਵਿੱਚ ਸੁਸਤੀ, ਅਜੀਬ ਨਸ਼ੀਲਾ ਮਿੱਠਾ-ਮਿੱਠਾ ਦਰਦ। ਜੀਅ ਕਰਦਾ ਸੀ ਸਰੀਰ ਨੂੰ ਢਿੱਲਾ ਛੱਡ ਕੇ ਪਲੰਘ ਉੱਤੇ ਪੈ ਜਾਵੇ। ਮੁੰਡਾ ਵੱਡਾ ਹੋਣ ਲੱਗ ਪਿਆ ਸੀ। ਉਹ 4 ਸਾਲਾਂ ਦਾ ਸੀ ਕਿ ਕੰਵਲ ਦਾ ਜੀਅ ਫਿਰ ਘਿਰਨ ਲੱਗਾ ਕਿ ਪਹਿਲਾਂ ਵਾਂਗ ਉਸਦੀ ਜੀਭ ਦਾ ਸੁਆਦ ਕਸੈਲਾ-ਕਸੈਲਾ ਰਹਿਣ ਲੱਗਾ। ਉਹ ਮੁੜ ਕਿਸੇ ਧੀ ਪੁੱਤ ਦੀ ਆਸ ਵੱਲ ਸੀ। ਜਿਵੇਂ-ਜਿਵੇਂ ਉਸਦੇ ਬੱਚਾ ਹੋਣ ਵਾਲਾ ਸੀ, ਉਹ ਕਮਰੇ ਵਿੱਚ ਪਈ ਕਈ-ਕਈ ਘੰਟੇ ਸੋਚਦੀ ਰਹਿੰਦੀ ਸੀ ਕਿ ਉਹ ਮੁੜ ਕਦੇ ਨੱਚਣਾ ਸਿੱਖ ਸਕੇਗੀ। ਕਬੀਲਦਾਰੀ ਦੇ ਝੇੜਿਆਂ ਵਿੱਚ ਗਾਉਣਾ ਮੁਮਕਿਨ ਹੈ, ਪੜ੍ਹਨਾ ਲਿਖਣਾ ਵੀ ਆਸਾਨ ਹੈ, ਪਰ ਨੱਚਣਾ ਉੱਕਾ ਨਾਮੁਮਕਿਨ। ਉਹ ਕਦੇ ਵੀ ਨੱਚਣਾ ਨਹੀਂ ਸਿੱਖ ਸਕੇਗੀ। ਜ਼ਿੰਦਗੀ ਦੀ ਸਭ ਤੋਂ ਵੱਡੀ ਸੱਧਰ ਦਿਲ ਵਿੱਚ ਲੈ ਕੇ ਹੀ ਇਸ ਦੁਨੀਆ ਤੋਂ ਤੁਰ ਜਾਏਗੀ। ਪਹਿਲੀ ਵਾਰ ਮੁੰਡਾ ਹੋਇਆ ਸੀ। ਮੁੰਡਿਆਂ ਭਲਾ ਨੱਚਣਾ ਕੀ ਹੈ? ਜੇ ਇਸ ਵਾਰ ਕੁੜੀ ਹੋਈ ਤਾਂ ਉਹ ਉਸਨੂੰ ਜੰਮਦੀ ਨੂੰ ਹੀ ਨੱਚਣ ਦੇ ਸਕੂਲ ਵਿੱਚ ਪਾ ਦੇਵੇਗੀ। 5 ਸਾਲਾਂ ਦੀ ਕੁੜੀ ਹੋਈ ਤਾਂ ਘਰ ਮਾਸਟਰ ਰੱਖ ਦੇਵੇਗੀ। ਫਿਰ 10 ਸਾਲ ਦੀ ਉਮਰ ਵਿੱਚ ਦੱਖਣ ਕਿਸੇ ਗੁਰੂ ਕੋਲ ਘੱਲ ਦੇਵੇਗੀ ਤਾਂ ਜੋ ਉਹ ਵੱਡੀ ਨਰਤਕੀ ਬਣ ਸਕੇ। ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਇਸ ਵਾਰ ਉਸਦੇ ਕੁੜੀ ਹੋਵੇ। ਉਸਦੀ ਪ੍ਰਾਰਥਨਾ ਮਨਜ਼ੂਰ ਹੋਈ ਤੇ ਉਸਦੇ ਕੁੜੀ ਹੋਈ। ਕੁੜੀ ਨੇ ਹੌਲੀ-ਹੌਲੀ ਵੱਡੇ ਹੋਣਾ ਸ਼ੁਰੂ ਕੀਤਾ। ਕੰਵਲ ਚਾਹੁੰਦੀ ਸੀ ਕਿ ਇੱਕੋ ਛੜੱਪੇ ਵਿੱਚ ਕੁੜੀ 5 ਸਾਲਾਂ ਦੀ ਹੋ ਜਾਵੇ ਤਾਂ ਜੋ ਨੱਚਣ ਦੀ ਵਿੱਦਿਆ ਸ਼ੁਰੂ ਕਰ ਸਕੇ। ਇਸ ਤਰ੍ਹਾਂ ਦਾ ਜਨੂੰਨ ਜਿਹਾ ਸੀ ਉਸਨੂੰ। ਉਹ ਆਪਣੀ ਮਾਂ ਅਤੇ ਉਸਦੀ ਮਾਂ ਤੋਂ ਬਦਲਾ ਲੈਣਾ ਚਾਹੁੰਦੀ ਸੀ। ਕੁੜੀ ਨੂੰ ਸਿਖਾ ਕੇ ਉਹ ਆਪਣੀ ਸਭ ਤੋਂ ਵੱਡੀ ਸੱਧਰ ਪੂਰੀ ਕਰਨਾ ਚਾਹੁੰਦੀ ਸੀ। ਉਸਨੇ ਕੁੜੀ ਦਾ ਨਾਂ ਰੱਖਿਆ ਆਸ਼ਾ। ਆਸ਼ਾ ਘੁੰਗਰੂਆਂ ਦੀ ਛਣਕਾਰ ਤੇ ਸਿਤਾਰ ਦੀ ਚੁਣਕਾਰ ਵਿੱਚ ਵੱਡੀ ਹੋਈ। ਭਾਵੇਂ ਨੱਚਣ ਦੇ ਸਭ ਸਾਧਨ ਘਰ ਵਿੱਚ ਮੌਜੂਦ ਸਨ, ਪਰ ਆਸ਼ਾ ਨੂੰ ਇਸ ਨਾਲੋਂ ਗੁੱਡੀਆਂ ਪਟੋਲੇ ਤੇ ਮੂਰਤਾਂ ਵਾਲੀਆਂ ਕਿਤਾਬਾਂ ਜ਼ਿਆਦਾ ਚੰਗੀਆਂ ਲੱਗਦੀਆਂ ਸਨ। ਉਸਨੂੰ ਅਣਗਿਣਤ ਕਹਾਣੀਆਂ ਯਾਦ ਸਨ, ਫਿਰ ਵੀ ਉਸਦੀ ਕਹਾਣੀਆਂ ਦੀ ਭੁੱਖ ਨਹੀਂ ਸੀ ਮਿਟਦੀ। ਰਾਤ ਨੂੰ ਸੌਣ ਲੱਗੀ ਆਪਣੀ ਮਾਂ ਨੂੰ ਜੰਗਲੀ ਸ਼ਹਿਜ਼ਾਦੀ, ਰਾਜੇ ਦਾ ਹਾਥੀ ਤੇ 7 ਲੜੇ ਹਾਰ ਦੀਆਂ ਕਹਾਣੀਆਂ ਸੁਣਾਉਣ ਲਈ ਆਖਦੀ। ਸਕੂਲ ਵਿੱਚ ਅੱਧੀ ਛੁੱਟੀ ਵੇਲੇ ਬਾਕੀ ਕੁੜੀਆਂ ਅੱਡੀ ਟੱਪਾ ਤੇ 7 ਸਮੁੰਦਰ ਖੇਡਦੀਆਂ ਤੇ ਆਸ਼ਾ ਮੂਰਤਾਂ ਵਾਲੀ ਕਿਤਾਬ ਲੈ ਕੇ ਬੈਠ ਜਾਂਦੀ। ਇੱਕ ਦਿਨ ਉਸਦੀ ਮਾਂ ਸਕੂਲ ਗਈ। ਸਾਲਾਨਾ ਜਲਸਾ ਸੀ। ਆਸ਼ਾ ਜਮਾਤ ਵਿੱਚੋਂ ਅੱਵਲ ਆਈ ਸੀ।
ਮਾਂ ਨੇ ਆਖਿਆ, ਧੀਏ ਬਹੁਤਾ ਪੜ੍ਹੀਦਾ ਨਹੀਂ, ਅੱਖਾਂ ਖਰਾਬ ਹੋ ਜਾਂਦੀਆਂ ਨੇ। ਸੰਗੀਤ ਤੇ ਨੱਚਣ ਵੱਲ ਵੀ ਧਿਆਨ ਦਿਆ ਕਰ। ਅੱਜ ਕੱਲ੍ਹ ਤਾਂ ਹਰ ਕੁੜੀ ਨੂੰ ਨੱਚਣਾ ਆਉਣਾ ਜ਼ਰੂਰੀ ਹੈ। ਸਾਡੇ ਘਰ ਬਾਕੀ ਟੱਬਰਾਂ ਵਾਂਗ ਸੌੜੀਆਂ ਕੀਮਤਾਂ ਦਾ ਗੁਲਾਮ ਨਹੀਂ, ਸਗੋਂ ਵਿਸ਼ਾਲ ਤੇ ਚੰਗੀਆਂ ਕੀਮਤਾਂ ਨੂੰ ਕਬੂਲਦਾ ਹੈ। ਜਦ ਤੂੰ 10ਵੀਂ ਪਾਸ ਕਰ ਲਈ ਤਾਂ ਤੈਨੂੰ ਨਾਚ ਦੇ ਸਕੂਲ ਘੱਲਾਂਗੀ। ਨਹੀਂ ਮਾਂ, ਮੈਂ ਤਾਂ ਕਾਲਜ ਜਾਵਾਂਗੀ। ਚੱਲੀਏ। ਕਾਲਜ ਵਿੱਚ ਆਏ ਸਾਲ ਹਜ਼ਾਰਾਂ ਕੁੜੀਆਂ BA ਪਾਸ ਕਰ ਲੈਂਦੀਆਂ ਹਨ, ਕੋਈ ਪੁੱਛਦਾ ਵੀ ਨਹੀਂ। ਪਰ ਜੇ ਨੱਚਣਾ ਆਉਂਦਾ ਹੋਵੇ ਤਾਂ ਇਸ ਕਲਾ ਦੀ 100 ਕਦਰ ਹੈ। ਮਾਂ ਆਪਣੀਆਂ ਆਸ਼ਾਂ ਗੁੰਦਦੀ ਰਹੀ ਤੇ ਨਾਚ ਦੇ ਸੁਪਨੇ ਤੱਕਦੀ ਰਹੀ। ਤੇ ਆਸ਼ਾ ਕਿਤਾਬਾਂ ਵਿੱਚ ਲੁਕੀ ਹੋਈ ਦੁਨੀਆ ਦੇ 10ਵੀਂ ਵਿੱਚ ਆਸ਼ਾ ਵੱਲ ਆਈ ਤੇ ਉਸ ਦੀ ਸੱਦਰ ਸੀ MA ਪਾਸ ਕਰਨੀ ਸਾਹਿਤ ਦੀ। MA ਤੇ ਕਹਾਣੀਆਂ ਲਿਖੇ। ਸਾਹਿਤ ਦੀ ਦੁਨੀਆ ਵਿੱਚ ਡੁੱਬੀ ਹੋਈ ਆਸ਼ਾ ਨੂੰ ਇੱਕ ਦਿਨ ਉਸ ਦੀ ਮਾਂ ਨੇ ਆਖਿਆ, ਮੈਂ ਤੇਰੇ ਸਕੂਲ ਦਾ ਪ੍ਰਬੰਧ ਕਰ ਦਿੱਤਾ ਹੈ। ਮੈਂ ਨਹੀਂ ਜਾਣਾ। ਕਿਉਂ? ਮੈਨੂੰ ਨੱਚਣ ਵਿੱਚ ਕੋਈ ਦਿਲਚਸਪੀ ਨਹੀਂ। ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਪੜ੍ਹ ਰਹੀਆਂ ਨੇ। ਸਾਹਿਤ ਦੀ ਦੁਨੀਆ ਵਿਚਿੱਤਰ ਹੈ, ਮਹਾਨ ਹੈ, ਮੈਂ ਪੜ੍ਹਾਂਗੀ ਕਾਲਜ ਵਿੱਚ। ਮਾਂ ਦੀਆਂ ਸੱਧਰਾਂ ਉੱਤੇ ਪਾਣੀ ਫਿਰ ਗਿਆ। ਉਸਨੇ ਮੂੰਹ ਵੱਟ ਲਿਆ। ਉਸਨੂੰ ਇੰਜ ਲੱਗਾ ਜਿਵੇਂ 15 ਸਾਲ ਉਹ ਕਿਸੇ ਨੂੰ ਪਿਆਰ ਕਰਦੀ ਰਹੀ ਹੈ ਤੇ ਇੱਕਦਮ ਉਸ ਆਦਮੀ ਨੇ ਆਖਿਆ, ਮੈਨੂੰ ਤੇਰੇ ਨਾਲ ਪਿਆਰ ਨਹੀਂ, ਮੈਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਹਾਂ। ਉੱਕਾ ਧਰੋ, ਦਗਾ, ਧੋਖਾ, ਮਾਂ ਧੀ ਦੇ ਵਿਚਕਾਰ ਵੱਡੀ ਕੰਧ ਸੀ। ਉਹ ਇੱਕ ਦੂਜੀ ਦੇ ਵੱਲ ਦੇਖ ਨਹੀਂ ਸਨ ਸਕਦੀਆਂ। ਆਸ਼ਾ ਦੇ ਦਿਲ ਅੰਦਰ ਡੋਬ ਪੈ ਰਹੇ ਸਨ। ਉਸ ਦੀ ਮਾਂ ਕਿਉਂ ਪੜ੍ਹਾਈ ਦੇ ਵਿਰੁੱਧ ਸੀ? ਕਿਉਂ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ਮਾਂ ਸੀ? ਉਸ ਦੇ ਦਿਲ ਅੰਦਰ ਚੀਸ ਉੱਠ ਰਹੀ ਸੀ ਕਿ ਉਸ ਦੀ ਸਭ ਤੋਂ ਵੱਡੀ ਸੱਦਰ ਉਸ ਦੀ ਮਾਂ ਦੀ ਖੁਆਇਸ਼ ਉੱਤੇ ਕੁਰਬਾਨ ਹੋ ਜਾਏਗੀ। ਉਹ ਗਿੱਲੀਆਂ ਅੱਖਾਂ ਨਾਲ ਖਿੜਕੀ ਵਿੱਚੋਂ ਦੂਰ ਬਾਹਰ ਤੱਕ ਰਹੀ ਸੀ।